ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਟਾਈਮ। ਸਭ ਤੋਂ ਪਹਿਲਾਂ ਗੱਲ ਇਸ ਪ੍ਰੋਗਰਾਮ ਦੇ ਵਿੱਚ ਦਿਮਾਗੀ ਨਕਸਲ ਦੀ ਕਰਾਂਗੇ। ਆਜ਼ਾਦੀ ਦਿਹਾੜੇ ਤੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਦਿੱਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਸ਼ਬਦ ਨੇ ਦੇਸ਼ ਦੀ ਸਿਆਸਤ ਵਿੱਚ ਇੱਕ ਨਵਾਂ ਭੁਚਾਲ ਲਿਆ ਦਿੱਤਾ ਹੈ। ਪ੍ਰਧਾਨ ਮੰਤਰੀ ਵੱਲੋਂ ਵਰਤੀ ਗਈ ਦਿਮਾਗੀ ਨਕਸਲ ਦੀ ਟਿੱਪਣੀ ਨੂੰ ਲੈ ਕੇ ਹਾਕਮ ਧਿਰਾਂ ਅਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਸ਼ਬਦੀ ਜੰਗ ਛਿੜ ਗਈ ਹੈ। ਇੱਕ ਪਾਸੇ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਤੇ ਮਾਣ ਹੈ, ਉੱਥੇ ਹੀ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੂੰ ਪ੍ਰਧਾਨ ਮੰਤਰੀ ਦੇ ਬਚਾਅ 'ਚ ਸਾਹਮਣੇ ਆਉਣਾ ਪਿਆ। ਪਰ ਇਸ ਸਾਰੇ ਸਿਆਸੀ ਘਮਾਸਾਨ ਦੇ ਪਿੱਛੇ ਦਾ ਪੂਰਾ ਮਾਮਲਾ ਕੀ ਹੈ, ਆਓ ਦੇਖते हैं इस खास रिपोर्ट। लेकिन हथियारी नक्सल तो गए, लेकिन दिमागी नक्सल, ये दिमागी नक्सल मौके की तलाश में है। हिंसा अराजकता के वो रास्ते खोज रहे हैं, समाज को गलत राह पर घसीटने के लिए भांति भांति के दांव कर रहे हैं। इन दिमागी नक्सलियों को पहचानना होगा, इन दिमागी नक्सलियों को आइसोलेट करना होगा और राष्ट्र को विकसित राष्ट्र बनाने की मुख्य धारा की ओर देश की युवा पीढ़ी को जोड़ना होगा। 15 ਅਗਸਤ ਨੂੰ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਦਿਮਾਗੀ ਨਕਸਲੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ। ਪੀਐਮ ਮੋਦੀ ਨੇ ਦਾਅਵਾ ਕੀਤਾ ਕਿ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਮਾਜ ਤੋਂ ਵੱਖ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਭੜਕ ਉੱਠੀ। ਵਿਰੋਧੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਉੱਤੇ ਸਵਾਲ ਚੁੱਕਣ ਵਾਲੇ ਹਰ ਨਾਗਰਿਕ ਅਤੇ ਆਗੂ ਨੂੰ ਬਦਨਾਮ ਕਰਨ ਦੇ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਉੱਤੇ ਤੰਜ ਕੱਸਦਿਆਂ ਕਿਹਾ, ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ ਹੈ। ਚਿਦੰਬਰਮ ਮੁਤਾਬਕ ਸਰਕਾਰ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੇ ਲਈ ਅਜਿਹੇ ਲੇਬਲ ਲਗਾਉਂਦੀ ਹੈ। ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਦਿਮਾਗੀ ਨਕਸਲ ਸ਼ਬਦ ਨੂੰ ਪੂਰੀ ਤਰ੍ਹਾਂ ਖੋਖਲਾ ਦੱਸਿਆ। 3 ਸਾਲ ਪਹਿਲਾਂ ਪੀਐਮ ਨੇ ਸਿਆਸੀ ਵਿਰੋਧੀਆਂ ਨੂੰ ਅਰਬਨ ਨਕਸਲ ਕਿਹਾ ਸੀ। ਉਸ ਸਮੇਂ ਜਦੋਂ ਸੰਸਦ ਦੇ ਵਿੱਚ ਪੁੱਛਿਆ ਗਿਆ ਕਿ ਅਰਬਨ ਨਕਸਲ ਦੀ ਪਰਿਭਾਸ਼ਾ ਕੀ ਹੈ ਤਾਂ ਗ੍ਰਹਿ ਮੰਤਰੀ ਨੇ ਕਿਹਾ ਕਿ ਅਰਬਨ ਨਕਸਲ ਵਰਗੀ ਕੋਈ ਚੀਜ਼ ਨਹੀਂ ਹੈ। ਹੁਣ ਪੀਐਮ ਲਾਲ ਕਿਲੇ ਤੋਂ ਸਿਆਸੀ ਵਿਰੋਧੀਆਂ ਲਈ ਦਿਮਾਗੀ ਨਕਸਲ ਸ਼ਬਦ ਦੀ ਵਰਤੋਂ ਕਰ ਰਹੇ ਨੇ। ਉਹਨਾਂ ਨੇ ਕਿਹਾ, ਪਹਿਲਾਂ ਜਦੋਂ ਕਾਂਗਰਸ ਨੇ ਜਾਤੀ ਜਨਗਣਨਾ ਦੀ ਮੰਗ ਕੀਤੀ ਸੀ ਤਾਂ ਉਸ ਨੂੰ ਵੀ ਅਰਬਨ ਨਕਸਲ ਸੋਚ ਕੇ ਖਾਰਜ ਕਰ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਸਰਕਾਰ ਨੇ ਖੁਦ ਜਾਤੀ ਜਨਗਣਨਾ ਦਾ ਐਲਾਨ ਕਰ ਦਿੱਤਾ। ਜੈਰਾਮ ਰਮੇਸ਼ ਅਨੁਸਾਰ ਸਰਕਾਰ ਪਹਿਲਾਂ ਵਿਰੋਧੀਆਂ ਦੀਆਂ ਮੰਗਾਂ ਨੂੰ ਅਪਮਾਨਜਨਕ ਨਾਮ ਦਿੰਦੀ है ਤੇ ਬਾਅਦ ਵਿੱਚ ਉਹੀ ਮੰਗਾਂ ਮੰਨ ਲੈਂਦੀ है। बदनाम करने में लगे हुए हैं। जब सवाल उठाते हैं बोलते हैं अर्बन नक्सल। अभी उनको एक नया शब्द भी मिल गया, दिमागी नक्सल। दिमागी नक्सल कौन है जो इनका विरोध करते हैं? यही तो दिमागी नक्सल ने मांग की थी ना, जाति जनगणना होनी चाहिए। 4 साल तक कहा नहीं होगा नहीं होगा नहीं होगा, ये अर्बन नक्सल सोच है। पर 1 साल पहले अप्रैल 30, 2025 को उन्होंने घोषणा की कि जातीय जनगणना होगा। तो ये सब बदनाम करने में प्रधानमंत्री बहुत माहिर हैं। कौन है ये दिमागी नक्सल, बताइए क्या परिभाषा क्या है आपका? एक सवाल पूछा गया कुछ महीने पहले कि अर्बन नक्सल की बात चल रही थी। किसी ने सवाल किया पार्लियामेंट में, ये अर्बन नक्सल है कौन? क्या गृह मंत्रालय में कोई परिभाषा है? तो गृह मंत्री से जवाब आता है, अर्बन नक्सल हमारे परिभाषा में तो है नहीं, हमारी शब्दकोश में तो है ही नहीं। तो ये सब कहना है खान मार्केट गैंग, जेएनयू गैंग। ਮਾਮਲੇ ਨੂੰ ਤੂਲ ਫੜਦਾ ਦੇਖ ਕੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਬਚਾਅ ਵਿੱਚ ਉਤਰੇ। ਰਿਜੀਜੂ ਨੇ ਟਵੀਟ ਰਾਹੀਂ ਸਫਾਈ ਦਿੰਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਦਿਮਾਗੀ ਨਕਸਲੀ ਨਹੀਂ ਕਿਹਾ। ਰਿਜੀਜੂ ਮੁਤਾਬਕ ਦਿਮਾਗੀ ਨਕਸਲੀ ਸਿਰਫ ਉਹ ਲੋਕ ਨੇ ਜੋ ਮਾਓਵਾਦੀਆਂ ਦੀ ਹਮਾਇਤ ਕਰਦੇ ਨੇ ਅਤੇ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ, ਜੋ ਵੱਖਵਾਦੀਆਂ ਨਾਲ ਖੜਦੇ ਹਨ ਅਤੇ ਧਾਰਾ 370 ਦੇ ਹਮਾਇਤੀ ਹਨ, ਜੋ ਨਾਰਥ ਈਸਟ ਕੋਰੀਡੋਰ ਨੂੰ ਭਾਰਤ ਤੋਂ ਵੱਖ ਕਰਨਾ ਚਾਹੁੰਦੇ ਹਨ। ਪਰ ਇਸ ਸਫਾਈ ਦੇ ਦੌਰਾਨ ਇੱਕ ਦਿਲਚਸਪ ਘਟਨਾ ਵਾਪਰੀ। ਰਿਜੀਜੂ ਦੀ ਪੋਸਟ ਦੇ ਵਿੱਚ ਗਿਣਤੀ ਲਿਖਦਿਆਂ ਨੰਬਰ 3 ਗਾਇਬ ਸੀ। ਉਹਨਾਂ 1 ਅਤੇ 2 ਤੋਂ ਬਾਅਦ ਸਿੱਧਾ ਨੰਬਰ 4 ਲਿਖ ਦਿੱਤਾ। ਇਸ ਉੱਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਚੁਟਕੀ ਲੈਂਦਿਆਂ ਲਿਖਿਆ, ਭਰਾ ਕਿਰਨ ਰਿਜੀਜੂ ਪਹਿਲਾਂ ਆਪਣੀ ਗਿਣਤੀ ਸਹੀ ਕਰੋ, 1 ਅਤੇ 2 ਤੋਂ ਬਾਅਦ 3 ਆਉਂਦਾ ਹੈ, 4 ਨਹੀਂ। ਖੇੜਾ ਦੇ ਇਸ ਟਵੀਟ ਨੇ ਸੋਸ਼ਲ ਮੀਡੀਆ ਉੱਤੇ ਨਵੀਂ ਚਰਚਾ ਛੇੜ ਦਿੱਤੀ। जिनकी मानसिकता हमेशा ही सनातन भगवा विरोधी रही है,
ऐसे लोग जिनके बारे में प्रधानमंत्री जी ने बड़े स्पष्ट शब्दों में कहा, जो संविधान को नहीं मानते, जो देश की परंपराओं को नहीं मानते, जो देश के अंदर आंतक से समस्याओं को हल करना चाहते हैं, वो दिमागी नक्सल है। अब कौन इसको अपने ऊपर ले रहा है, ये उनकी मनोस्थिति के ऊपर है। ये बहुत ही शर्मनाक, भद्दा, फूहड़ और भर्त्सना योग्य है। क्या मतलब है चिदम्बरम साहब आपका? आप देश के पूर्व गृह मंत्री हैं ना। प्रधानमंत्री ने दिमागी नक्सल की बात की थी, जो अर्बन नक्सल होते हैं, जो पूरे माओवादी के आंदोलन को खाद पानी देते हैं, उनके पक्ष में वातावरण बनाते हैं, उनके लिए लेख लिखते हैं, उनके हिंसा को एक बौद्धिक कलर देते हैं, संविधान में विश्वास नहीं करते। ये पूरे माओवाद क्या है? हिंसा से हमें तांडव करना है और पावर को कैप्चर करना है। आप उसी पर चल रहे हैं क्या चिदम्बरम साहब? आज पूरा माओवाद खत्म हो गया, नक्सलिज्म खत्म हो गया। हमारे प्रधानमंत्री और गृह मंत्री अमित शाह जी का अभिनंदन है कि आज बस्तर, सुकमा, छत्तीसगढ़ में और गढ़चिरौली में जहां इतना हत्याएं होती थी, आज वहां शांति है। माओवादी सरेंडर कर रहे हैं, वो नए व्यवसाय कर रहे हैं, और आप इस तरह की बातें करेंगे, ये बहुत ही भर्त्सना योग्य है। ये कांग्रेस पार्टी का क्रूर चेहरा है, जो अपने सत्ता के लिए माओवाद, नक्सलवाद का समर्थन करते हैं। ये वही चिदम्बरम, हमें जब 76 हमारे जवान शहीद हुए थे सीआरपीएफ के दंतेवाड़ा में, उसके बाद जेएनयू गए थे और जेएनयू जाकर कहा था कि हम नक्सलियों को हथियार गिरने के लिए नहीं रोकेंगे, फिर भी बातचीत करेंगे। और उसके बाद वहाँ खूब ताड़ियां भी पीटी गई और उनको खूब खुशी का भी इजहार किया गया। तो ये तब से ही नक्सल को लेकर इनका एक सॉफ्ट कॉर्नर है। ਏਸੀ ਲਾਲ ਕਿਲੇ ਦੀ ਪ੍ਰਾਚੀਰ ਤੋਂ ਨਿਕਲਿਆ ਇੱਕ ਸ਼ਬਦ, ਜਿਸ ਨੇ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਬਹਿਸ ਦਾ ਇੱਕ ਨਵਾਂ ਬੋਲਬਾਲਾ ਖੜਾ ਕਰ ਦਿੱਤਾ। ਸਵਾਲ ਸਿਰਫ ਇਹ ਨਹੀਂ ਹੈ ਕਿ ਕੌਣ ਦਿਮਾਗੀ ਨਕਸਲ ਹੈ ਤੇ ਕੌਣ ਨਹੀਂ, ਸਵਾਲ ਇਹ ਵੀ ਹੈ ਕਿ ਚੋਣਾਂ ਆਉਂਦੇ ਹੀ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਬਦਲ ਜਾਂਦੀਆਂ ਨੇ। 3 ਸਾਲ ਪਹਿਲਾਂ ਜਿਸ ਅਰਬਨ ਨਕਸਲ ਦੀ ਗ੍ਰਹਿ ਮੰਤਰਾਲੇ ਕੋਲ ਕੋਈ ਅਧਿਕਾਰਿਤ ਪਰਿਭਾਸ਼ਾ ਨਹੀਂ ਸੀ, ਅੱਜ ਉਹ ਲਾਲ ਕਿਲੇ ਦੀ ਪ੍ਰਾਚੀਰ ਤੋਂ ਦਿਮਾਗੀ ਨਕਸਲ ਬਣ ਕੇ ਦੇਸ਼ ਦੇ ਸਾਹਮਣੇ ਖੜਾ ਕਰ ਦਿੱਤਾ ਗਿਆ ਹੈ। ਇੱਕ ਪਾਸੇ ਸਰਕਾਰ ਇਸ ਨੂੰ ਦੇਸ਼ ਦੀ ਆਂਤਰਿਕ ਸੁਰੱਖਿਆ ਅਤੇ ਸੰਵਿਧਾਨ ਦੀ ਰੱਖਿਆ ਦਾ ਮਾਮਲਾ ਦੱਸ ਰਹੀ ਹੈ, ਤਾਂ ਦੂਸਰੇ ਪਾਸੇ ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਜਦੋਂ ਵੀ ਅਸਲ ਮੁੱਦਿਆਂ ਦੇ ਉੱਤੇ ਘੇਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਅਜਿਹੇ ਨਵੇਂ ਲੇਬਲ ਤਿਆਰ ਕਰ ਦਿੱਤੇ ਜਾਂਦੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸ਼ਬਦੀ ਜੰਗ ਆਉਣ ਵਾਲੇ ਦਿਨਾਂ ਵਿੱਚ ਕੀ ਨਵਾਂ ਮੋੜ ਲੈਂਦੀ ਹੈ। ਤੇ ਹੁਣ ਗੱਲ ਪੰਜਾਬ ਦੀ ਰਾਜਨੀਤੀ ਤੋਂ ਆਈ ਇੱਕ ਵੱਡੀ ਖਬਰ ਦੀ ਕਰਾਂਗੇ। ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਨੇ। ਕਾਂਗਰਸ ਦੇ ਵੱਡੇ ਧੁਰੰਧਰਾਂ ਨੂੰ ਝਟਕਾ ਦਿੰਦਿਆਂ ਰਜਿੰਦਰ ਕੌਰ ਪੱਠਲ ਦੇ ਪਰਿਵਾਰਕ ਮੈਂਬਰ ਅਤੇ ਸੀਨੀਅਰ ਆਗੂ ਸਨਮੀਕ ਸਿੰਘ ਹੈਨਰੀ ਸਿੱਧੂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਚੰਡੀਗੜ੍ਹ ਵਿਖੇ ਪ੍ਰੋਗਰਾਮ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਰਸਮੀ ਸਵਾਗਤ ਕੀਤਾ ਹੈ। ਇਸ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਖਾਸ ਤੌਰ ਤੇ ਮੌਜੂਦ ਰਹੇ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਸਨਮੀਕ ਸਿੰਘ ਦੇ ਆਉਣ ਦੇ ਨਾਲ ਪਾਰਟੀ ਨੂੰ ਖਾਸ ਕਰਕੇ ਮਾਲਵਾ ਖੇਤਰ ਦੇ ਵਿੱਚ ਵੱਡੀ ਮਜ਼ਬੂਤੀ ਮਿਲੇਗੀ। ਕਾਂਗਰਸ ਛੱਡਣ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਸਨਮੀਕ ਸਿੰਘ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਬਿਨਾਂ ਕਿਸੇ ਸਵਾਰਥ ਦੇ ਕਾਂਗਰਸ ਦੇ ਵਿੱਚ ਦਿਨ ਰਾਤ ਕੰਮ ਕਰ ਰਹੇ ਸੀ, ਪਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਹਾਲੀਆ ਬਿਆਨ ਨੇ ਉਹਨਾਂ ਨੂੰ ਡੂੰਘਾ ਝਟਕਾ ਦਿੱਤਾ। ਰੰਧਾਵਾ ਨੇ ਇੱਕ ਹੀ ਪਰਿਵਾਰ ਨੂੰ 2 ਜਾਂ 4 ਟਿਕਟਾਂ ਦੇਣ ਦੀ ਗੱਲ ਕਹੀ ਸੀ, ਜਿਸ ਤੋਂ ਦੁਖੀ ਹੋ ਕੇ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ। ਰਜਿੰਦਰ ਕੌਰ ਪੱਠਲ ਉਹਨਾਂ ਨੇ ਕਿਹਾ ਕਿ ਮੇਰੀ ਚਾਚੀ ਨੇ ਮੈਂ ਪਿਛਲੇ 20 ਸਾਲਾਂ ਤੋਂ ਬਿਨਾਂ ਕਿਸੇ ਲਾਲਚ ਦੇ ਕਾਂਗਰਸ ਦੇ ਲਈ ਮਿਹਨਤ ਕੀਤੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੈਨੂੰ ਪੀਸੀਸੀ ਮੈਂਬਰ ਬਣਾਇਆ ਸੀ। ਅੱਜ ਜੋ ਲੋਕ ਸਾਡੇ ਨਾਲ ਖੜੇ ਨੇ ਉਹ ਸਾਡੇ ਨਾਲ ਜੁੜੀ ਤੀਜੀ ਪੀੜ੍ਹੀ ਹੈ, ਪਰ ਕਾਂਗਰਸ ਦੇ ਵਿੱਚ ਹੁਣ ਮਿਹਨਤੀ ਵਰਕਰਾਂ ਦੀ ਕਦਰ ਨਹੀਂ ਰਹੀ। ਸਨਮੀਕ ਸਿੰਘ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਨੇ। ਆਮ ਆਦਮੀ ਪਾਰਟੀ ਦੇ ਵਿੱਚ ਆਮ ਵਰਕਰ ਨੂੰ ਪੂਰਾ ਸਨਮਾਨ ਔਰ ਅਹਿਮੀਅਤ ਦਿੱਤੀ ਜਾਂਦੀ ਹੈ, ਜਦਕਿ ਕਾਂਗਰਸ 'ਚ ਵਰਕਰਾਂ ਦੀ ਅਣਦੇਖੀ ਹੋ ਰਹੀ ਹੈ। ਇਸੇ ਸਨਮਾਨ ਅਤੇ ਨੀਤੀਆਂ ਕਾਰਨ ਹੀ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਹੈ।
ਮੈਂ ਟਕਸਾਲੀ ਕਾਂਗਰਸ ਪਰਿਵਾਰ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੁੜਿਆ ਹਾਂ। ਮੈਡਮ ਭੱਠਲ ਮੇਰੇ ਚਾਚੀ ਜੀ ਸੀ। 20 ਸਾਲ ਮੈਂ ਆਪਣੇ ਪਰਿਵਾਰ ਨੂੰ ਦਿਨ ਰਾਤ ਮਿਹਨਤ ਕਰਕੇ ਉੱਥੇ ਸਿੰਚਿਆ, ਸਾਰਾ ਕੁਝ ਕੀਤਾ ਬਿਨਾਂ ਸਵਾਰਥ, ਬਿਨਾਂ ਕੋਈ ਅਹੁਦੇ ਤੋਂ ਸਾਰਾ। ਪਰ ਉੱਥੇ ਕੁਝ ਕਾਰਨ ਹੋਏ। ਉਹੀ ਗੱਲ ਹੁੰਦੀ ਹੈ, ਜਦੋਂ ਕੋਈ ਗਲਤ ਇਨਸਾਨ, ਭਾਵੇਂ ਕੋਈ ਪਾਰਟੀ ਹੈ, ਭਾਵੇਂ ਕੋਈ ਪਰਿਵਾਰ ਦੇ ਵਿੱਚ ਜਦੋਂ ਐਂਟਰ ਕਰ ਜਾਂਦਾ, ਉੱਥੇ ਜਿਹੜਾ ਵਰਕਰ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਕਦਰ ਘਟ ਜਾਂਦੀ ਹੈ ਔਰ ਜਿਹੜੇ ਲਿਫਾਫੇਬਾਜ਼ੀਆਂ ਹੋ ਜਾਂਦੇ। ਅੱਜ ਜਿੰਨੇ ਮੇਰੇ ਨਾਲ ਮੇਰੇ ਭੈਣ ਭਾਈ ਮੇਰੇ ਬਾਹਾਂ ਖੜੀਆਂ ਨੇ, ਇਹ ਤੀਜੀ ਪੀੜ੍ਹੀ ਦੇ ਸਾਡੇ ਕਾਂਗਰਸ ਪਾਰਟੀ ਦੇ ਥੰਮ ਨੇਗੇ ਸਾਰੇ ਜਿਹੜੇ ਹੈਗੇ ਨੇ। ਇਹਨਾਂ ਨੂੰ ਜਦੋਂ ਇਗਨੋਰ ਕੀਤਾ ਲੱਗਿਆ ਤਾਂ ਇਹਨਾਂ ਨੇ ਸਾਰਿਆਂ ਨੇ ਕਿਹਾ ਵੀ ਆਪਣਾ ਜਿਹੜਾ ਸਿਸਟਮ ਇੱਥੇ ਨਹੀਂ ਬਣਦਾ। ਉਸ ਤੋਂ ਬਾਅਦ ਮੈਂ 4 ਸਾਲ ਜਿਹੜੇ ਹੈਗੇ ਸੀ ਕਾਂਗਰਸ ਪਾਰਟੀ, ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਪ੍ਰਧਾਨ ਥੱਲੇ, ਜਿਨ੍ਹਾਂ ਨੇ ਮੈਨੂੰ PCC ਮੈਂਬਰ ਵੀ ਬਣਾਇਆ ਸਾਰਾ ਜਿੱਥੇ ਮੰਨ। ਪਰ ਉੱਥੇ ਵੀ ਕੁਝ ਕਾਰਨ ਅਜਿਹੇ ਸੀਗੇ, ਉਹਨਾਂ ਦੇ ਦਫ਼ਤਰ ਦੇ ਉਹ ਜਿਹੜੇ ਆਲੇ ਦਾਲੇ ਦੇ ਕੁਝ ਬੰਦੇ ਸੀਗੇ, ਉਹਨਾਂ ਨੇ ਵੀ ਉੱਥੇ ਇੱਕ ਦੂਜੇ ਦੀ ਕਾਟ ਕੱਟਣੀ, ਜਿਹੜੀ ਜੇਬ 'ਚ ਟਿਕਟਾਂ ਰੱਖਣੀਆਂ, ਜਿਹੜੇ ਇਹ ਕਹਿਣਾ ਵੀ ਮੇਰੀ ਤਾਂ ਟਿਕਟ ਪੱਕੀ ਹੈ। ਬਹੁਤ ਕੁਝ ਜਿਹੜੇ ਇਸ ਤਰ੍ਹਾਂ ਦਾ ਮਨ ਮੁਟਾਵ ਹੋਇਆ ਔਰ ਜਿਸ ਤਰ੍ਹਾਂ ਦਾ ਹਾਲਾਤ ਆ ਦੇਖੇ ਨੇਗੇ। ਸਭ ਤੋਂ ਵੱਡੀ ਗੱਲ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜੀ ਇੱਕ ਸਟੇਟਮੈਂਟ ਸੀਗੀ ਕਿ ਅਸੀਂ 4 ਟਿਕਟਾਂ ਜਿਹੜੇ ਇੱਕ ਪਰਿਵਾਰ, ਕਿੱਥੇ ਤਾਂ ਇਹ ਪਾਰਟੀਆਂ ਨੇ ਜਿਹੜੀ ਕੇਜਰੀਵਾਲ ਜੀ ਨੇ ਪਾਰਟੀ ਬਣਾਈ, ਆਮ ਆਦਮੀ ਪਾਰਟੀ ਜਿਹੜੀ ਸੀਗੀ, ਸਿਸੋਦੀਆ ਜੀ ਨੇ ਜਿਹੜੇ ਉਸ ਪਾਰਟੀ ਦੇ ਮੈਂਬਰ ਨੇ, ਕਿ CM ਸਾਹਿਬ ਸਾਡੀ ਜਿਹੜੀ ਪੰਜਾਬ ਦੀ ਆਨ ਤੇ ਸ਼ਾਨ ਨੇ, ਗੋਇਲ ਸਾਹਿਬ ਬੈਠੇ ਨੇ, ਪੰਨੂ ਸਾਹਿਬ ਬੈਠੇ ਨੇ, ਜਿਨ੍ਹਾਂ ਨੇ ਧਰਤੀ ਤੋਂ ਲੈ ਕੇ ਕੰਮ ਕੀਤਾ ਹੈਗਾ। ਉਹਦਾ ਪਰਿਵਾਰਵਾਦਾਂ ਚੋਂ ਕੱਢਣੀ ਚਾਹੁੰਦੇ ਆ। ਕਿੱਥੇ ਇਹ ਜਿਹੜੀ ਚੀਜ਼ ਹੈਗੀ, ਅੱਜ ਹਾਲਾਤ ਇਹ ਨੇ ਕਿ ਕੋਈ ਕਹਿੰਦਾ 2 ਟਿਕਟਾਂ, ਕੋਈ ਕਹਿੰਦਾ 4 ਟਿਕਟਾਂ। ਸੋ ਅਜਿਹੇ ਕਾਰਨਾਂ ਕਰਕੇ ਜਿਹੜੇ ਆ ਲੜਾਈਆਂ ਨੇ ਆਪਸ ਦੇ ਵਿੱਚ, ਵੋਟਿੰਗ ਆਏਗੀ, ਕੋਈ ਕੰਮ ਕਰਨ ਦੇ ਜਿਹੜੇ ਹੈਗਾ ਸੀ, ਜੇ ਕੋਈ ਕਰਦਾ ਤਾਂ ਉੱਥੇ ਅਗਲੇ ਨੂੰ ਹੁੰਦਾ ਵੀ ਜਦ ਸਾਡੀ ਕਾਰਡ ਨਾ ਕੱਟੀ ਜਾਵੇ ਕੋਈ ਚੀਜ਼ ਹੈ। ਸੋ ਇਸ ਤੋਂ ਤੰਗ ਹੁੰਦੇ ਹੋਏ, ਦੇਖਦੇ ਹੋਏ ਸਾਡੇ ਸਾਰੇ ਭੈਣ ਭਰਾਵਾਂ ਨੇ ਸਲਾਹ ਕੀਤੀ ਕਿ ਬੜੀਆਂ ਪਾਰਟੀਆਂ ਹੋਰ ਸੀਗੀਆਂ, ਪਰ ਇੱਕੋ ਇੱਕ ਪਾਰਟੀ ਐਸੀ ਲੱਗੀ ਸਾਨੂੰ ਜਿਹੜੀ ਕਿ ਮਿਹਨਤ ਦਾ, ਵਰਕਰ ਦਾ ਮੁੱਲ ਪਾਉਣ ਵਾਲੀ ਹੈ। ਉਹ ਹੈ ਕੇਜਰੀਵਾਲ ਜੀ ਦੀ ਔਰ ਸਿਸੋਦੀਆ ਸਾਹਿਬ ਦੀ ਔਰ ਭਗਵੰਤ ਮਾਨ ਜੀ ਦੀ ਜਿਹੜੀ ਆਮ ਆਦਮੀ ਪਾਰਟੀ ਹੈ, ਜਿੱਥੇ ਕੰਮ ਦੀ ਕਦਰ ਹੈ। ਤਾਂ ਬੀਬੀ ਭੱਠਲ ਦੇ ਪਰਿਵਾਰ ਵਿੱਚੋਂ ਸਨਮੀਕ ਸਿੰਘ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਕਾਂਗਰਸ ਦੇ ਲਈ ਇੱਕ ਵੱਡਾ ਰਾਜਨੀਤਿਕ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੋਏਗਾ ਕਿ ਕਾਂਗਰਸ ਹਾਈ ਕਮਾਂਡ ਇਸ ਬਗਾਵਤ ਅਤੇ ਪਰਿਵਾਰਕ ਸੰਨ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ। ਤੇ ਹੁਣ ਖਬਰ ਹੈ ਪੱਛਮੀ ਬੰਗਾਲ ਤੋਂ। ਪੱਛਮੀ ਬੰਗਾਲ ਦੇ ਬਾਂਕੁਰਾ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਵਰਕਰ ਸ਼ੇਖ ਅਬਦੁਲ ਹਫੀਜ਼ ਦੇ ਪਿਤਾ ਜਨਾਬ ਮਫੀਕ ਦੀ 15 ਅਗਸਤ ਨੂੰ ਹੋਏ ਹਮਲੇ ਦੌਰਾਨ ਲੱਗੀਆਂ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ ਹੈ। ਸੀਜੇਪੀ ਦੇ ਮੁਤਾਬਿਕ ਮਫੀਕ 13 ਅਗਸਤ ਨੂੰ ਆਪਣੇ ਪਿੰਡ ਕਰੀਸੁੰਡਾ ਦੇ ਸਰਕਾਰੀ ਸਕੂਲ ਦੇ ਵਿੱਚ ਸੀਜੇਪੀ ਦੇ ਸਕੂਲ ਠੀਕ ਕਰੋ ਅਭਿਆਨ 'ਚ ਸ਼ਾਮਲ ਹੋਈ ਸੀ। ਉਹਨਾਂ ਨੇ ਸਕੂਲ ਦੀ ਬਦਹਾਲੀ ਦੀ ਇੱਕ ਵੀਡੀਓ ਬਣਾਈ ਸੀ। ਉਸੇ ਸ਼ਾਮ ਹਥਿਆਰਬੰਦ ਲੋਕਾਂ ਨੇ ਉਹਨਾਂ ਦੇ ਘਰ ਵੜ ਕੇ ਉਹਨਾਂ ਦੀ ਕੁੱਟਮਾਰ ਕੀਤੀ। ਸੀਜੇਪੀ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਹਨਾਂ ਨੂੰ ਮਾਫੀ ਮੰਗਦਿਆਂ ਵੀਡੀਓ ਰਿਕਾਰਡ ਕਰਨ ਦੇ ਲਈ ਕਿਹਾ ਸੀ। ਇਨਕਾਰ ਕਰਨ ਤੇ ਪਰਿਵਾਰ ਤੇ ਹਮਲਾ ਕੀਤਾ ਗਿਆ। ਇਸ ਵਿੱਚ ਅਬਦੁਲ ਅਤੇ ਉਹਨਾਂ ਦੇ ਪਿਤਾ ਦੇ ਸਿਰ ਤੇ ਗੰਭੀਰ ਸੱਟਾਂ ਆਈਆਂ। ਸੀਜੇਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਕਿ ਅਬਦੁਲ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਉਹ ਚੁੱਪ नहीं बैठेंगे। सीजेपी दी टीम पश्चिमी बंगाल पहुंची है। देखिए, हम लोगों ने एक कैंपेन लॉन्च किया, स्कूल ठीक करो। इसमें हम लोगों ने लोगों को बोला एंड पेरेंट्स को बोला कि अपने अपने पास वाले लोकल गवर्नमेंट स्कूल्स पे आप जाइए एंड वहाँ पे जाके एक सोशल ऑडिट करिए, देखिए कि वहाँ पे क्या क्या खराब है। अब जब ये हम लोगों ने कैंपेन लॉन्च किया, 13 तारीख को अब्दुल नाम की एक 26 साल के व्यक्ति है जो यहाँ पे भी हमारे साथ चलो संसद वाले प्रोटेस्ट में, जनता मंतर वाले प्रोटेस्ट में उन्होंने भाग लिया था। तो वो सीजेपी के मेंबर अब्दुल उन्होंने 13 तारीख को अपने लोकल गवर्नमेंट स्कूल वहाँ पे गए बंगाल में एंड वहाँ पे जाके टीचर से बोला कि हम आके ऑडिट करेंगे इसका नेक्स्ट डे। उसी रात को बीजेपी के जो गुंडे हैं वो आए अब्दुल के घर एंड उनको बहुत ब्रूटल तरीके से पीटा। उनके पापा जब अब्दुल को बचाने लगे तो उनके पापा को भी पीटा एंड ऐसा पीटा कि उन्होंने जान ले ली। आज हम लोग को कल हम लोगों को पता चला कि तबीयत उनकी बहुत खराब हो गई थी अब्दुल के पापा की एंड शाम तक वो गुजर गए। तो बहुत बहुत निंदनीय चीज है, ऐसा हो रहा है। हम लोग तो एक कैंपेन चला रहे कि गवर्नमेंट स्कूल्स ठीक करें, मतलब इसमें बताइए सब लोगों को सपोर्ट करना चाहिए, कोई भी विचारधारा के लोग हो। लेकिन ये जो बीजेपी के गुंडे हैं वो मिलके ऐसा जो इंसिडेंट्स करते हैं, लोगों को डराते धमकाते हैं, ये सब क्यों हो रहा है?
ये इसलिए हो रहा है कि ये लोग एंटी स्कूल है, ये लोग एंटी इंटेलेक्चुअल्स है। ये इनको लगता है कि शिक्षा से क्या होगा, गुंडाबाजी से होता है सब कुछ। तो गुंडागर्दी में लोगों को भरोसा नहीं है। आप अगर सोच रहे हो कि ये सारे इंसिडेंट्स करके आप यंग लोगों को, युवाओं को डरा दोगे, तो आप गलत फहमी में जी रहे हो। जब टाइम आएगा आप लोगों के खिलाफ भी बहुत सख्त कार्रवाई होने वाली है। हम अब्दुल को और उनके परिवार को इंसाफ दिलाकर ही दम लेंगे। बहुत शर्म की बात है कि भाजपा, जो अपने आप को एक राष्ट्रवादी पार्टी कहती है, वो शिक्षा जैसे मुद्दे पर देश भर में गुंडागर्दी कर रही है, मारपीट कर रही है। परसों हम लोग अलवर में मौजूद थे, वहां पर भी भाजपा के गुंडों ने आके मारपीट की। हर जगह आप सिर्फ और सिर्फ गुंडागर्दी, मार पिटाई कर रहे हैं, आप शिक्षा की बात नहीं करना चाह रहे हैं। तो ये आपकी सोच दर्शाता है, ये आपकी मानसिकता दर्शाता है। लेकिन सीजेपी आप लोगों से डरने वाली नहीं है। हम लोग इस देश के स्कूल ठीक कराकर ही दम लेंगे। अब्दुल हफीज ने कहा कि स्थानक भाजपा आगुआं दे जानलेवा हमले ਦੇ 1.5 ਦਿਨ ਬਾਅਦ ਸ਼ਨੀਵਾਰ ਨੂੰ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ 13 ਅਗਸਤ ਦੀ ਰਾਤ ਕਰੀਬ 8 ਵਜੇ ਕੁਝ ਲੋਕਾਂ ਨੇ ਘਰ ਪਹੁੰਚ ਕੇ ਉਹਨਾਂ ਨੂੰ ਘੇਰ ਲਿਆ ਤੇ ਬਜ਼ੁਰਗ ਪਿਤਾ ਦੇ ਨਾਲ ਕੁੱਟਮਾਰ ਕੀਤੀ। ਹਮਲਾਵਰਾਂ ਨੇ ਫੋਨ ਖੋ ਕੇ ਸਕੂਲ ਅਤੇ ਜੰਤਰ ਮੰਤਰ ਤੇ ਬਣਾਈ ਵੀਡੀਓਜ਼ ਜ਼ਬਰਦਸਤੀ ਡਿਲੀਟ ਕਰਵਾ ਦਿੱਤੀ। ਹਫੀਜ਼ ਨੇ ਕਿਹਾ ਕਿ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਸਪਤਾਲ ਅਤੇ ਥਾਣੇ ਜਾਣ ਤੇ ਵੀ ਹਮਲਾਵਰਾਂ ਨੇ ਘੇਰਾਬੰਦੀ ਕੀਤੀ ਤੇ ਭਵਿੱਖ ਦੇ ਵਿੱਚ ਅਜਿਹੀਆਂ ਵੀਡੀਓਜ਼ ਬਣਾਉਣ ਤੇ ਜਾਨੋਂ मारन ਦੀ धमकी ਦਿੱਤੀ। आने के बाद से जो बीजेपी के लोग थे, यहाँ के जो लोकल जो वर्कर थे, वो लोग मुझे डरा रहे थे, धमका रहे थे, कि बोल रहे थे कि तेरा हिम्मत कैसे हुआ जाने के लिए सीजेपी के अंदर कोर्ट में जाने के लिए। तो मैंने उनको कह दिया था कि ये मेरा राइट्स है, मैं जाऊंगा, और जहाँ जहाँ होगा स्टूडेंट की बात होगा मैं जाऊंगा। अगर देश को आगे ले जाने के लिए अगर जहाँ जहाँ जाना पड़े मैं जरूर जाऊंगा। तो बस हो गया। वो लोग कंटिन्यूसली मुझे डरा रहे थे, कुछ बोल रहे थे। तभी सीजेपी के अंदर जो स्कूल ठीक करो जो कैंपेन चालू हुआ था, उसके रिगार्डिंग मैं अपने स्कूल में गया था सर से पूछने के लिए, सर सब कुछ फैसिलिटी ठीक है तो मैं कल क्या आ सकता हूँ वीडियो बनाने के लिए, ऐसा सर। तो उन्होंने कहा कि ठीक कल तुम आ जाओ। तो आने के बाद 13 अगस्त सुबह 11 बजे गया था और रात को आपका 8 साढ़े 8 बजे वो लोग सारे आए, आके बहुत मारने के बाद सलिया लेके आया, बोला था मैंने यहाँ पे घुसाने की कोशिश किया। और वो सीढ़ियों पे मेरा पापा को मतलब बहुत मारा। अभी वो सीन इमेजिन करना भी मेरे लिए बहुत थोड़ा सा हार्ड है। इसलिए मैं बोल रहा हूँ आप लोगों को कि सर पे मारा, छाती पे मतलब पैर उठा के मारा। अब जितना मैं अब समझ लीजिए कि क्या क्या हुआ मेरा कंडीशन देख के, मैं इमेजिन नहीं कर पा रहा हूँ वो वाला चीज़। तो वो होने के बाद भी 30-35 घंटे उन लोगों को मतलब ट्रीटमेंट नहीं किया गया था। मतलब वो लोग घर से निकलने ही नहीं दिए थे, ठीक, ट्रीटमेंट भी नहीं होने देंगे। तो 30 से 35 घंटा से 35 घंटे वो घर में हम लोग थे। मैं निकल गया था क्योंकि 14 तारीख को शाम को 6 बजे वो लोग फिर मारने आ रहे थे, ठीक है। तो इंदस पुलिस स्टेशन, जो इंदस पुलिस है, पहले ही बता चुके थे, पहले ही आए थे यहाँ पे, गांव में आए थे, वो लोग सब देख चुके थे। फिर भी उन्होंने एक बार भी नहीं पूछा क्या हुआ नहीं हुआ, कुछ प्रोटेक्शन नहीं दिया, कुछ भी नहीं दिया। अगर वो लोग सही से अपने काम करते तो आई थिंक मेरे पापा अभी जिंदा होते, ठीक है। अभी देश का एजुकेशन का भी बेड़ा गर्क करके रखा है, मतलब मेडिकल का भी वही हाल है। अभी लॉ एंड ऑर्डर का भी हम देख चुके हैं कि क्या है नहीं है। अभी जो लोग किए हैं वो लोग तो ऐसे ही नहीं कि चलो मन करे मार दे किसी का, ऐसा तो नहीं है। किसी ने ऊपर से बोला होगा कि आओ, वो लोग ऐसे जा रहे, करो, आवाज दबाओ। एक्चुअली मेरा जो आवाज है उनको दबाने की कोशिश किया गया। इसके ऊपर आरोप है। देखिए आरोप जो है, जो लोग आए थे, ठीक है, वो सारे के सारे बीजेपी का मतलब कार्यकर्ता है। हमारे गांव में तो बीजेपी का काम करते थे, ठीक है। जब बीजेपी आया था बंगाल में, वो लोग जश्न मना रहे थे। एमएलए के साथ उनका तस्वीर है, हमारे जो एमएलए है निर्मल धारा, उनके पास तस्वीर है। सब लोग किसी से पूछ लीजिएगा, ठीक है। वो लोग यहाँ पे कुछ मेंबर है, अगर ऊपर से कुछ ऑर्डर नहीं आया होगा, ठीक है। अभी वो बीजेपी का है कि दूसरी पार्टी का है, ये ढूंढने का काम जिन लोगों का वो करेंगे, ये मेरा काम नहीं है। आपका रोकना ये काम था उसका। हाँ, मेरा काम ये रोकना काम, मेरा काम ये था। मेरा काम जो था, मेरा काम था देश को आगे ले जाना, देश का जो एजुकेशन सिस्टम है उसको सुधारना। ये तो कोई गलत बात आई थिंक नहीं है। ਬਾਂਕੁਰਾ ਦੇ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਉਹਨਾਂ ਨੇ 8 ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਭਾਜਪਾ ਨੇ ਕਿਹਾ ਕਿ ਜੇਕਰ ਉਹਨਾਂ ਦੇ ਵਰਕਰ ਇਸ ਵਿੱਚ ਸ਼ਾਮਲ ਪਾਏ ਜਾਂਦੇ ਨੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।
ਅਭਿਜੀਤ ਦਿਪਕੇ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਹਿੰਗੋਲੀ ਦੇ ਵਿੱਚ ਆਪਣੇ ਪਿੰਡ ਤੋਂ ਸਕੂਲ ਠੀਕ ਕਰੋ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਸਰਕਾਰ ਦੀ ਅਣਦੇਖੀ ਕਾਰਨ ਗਰੀਬ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਨੇ ਪ੍ਰਾਈਵੇਟ ਸਕੂਲਾਂ ਦੀ ਫੀਸ ਤੇ ਸੀਮਾ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਸੀ ਕਿ ਸਕੂਲ ਠੀਕ ਕਰੋ ਅਭਿਆਨ ਦੇ ਅਗਲੇ ਚਰਨ 'ਚ ਅਗਲੇ ਗੇੜ ਵਿੱਚ ਮਹਾਰਾਸ਼ਟਰ ਦੇ ਹੋਰ ਇਲਾਕਿਆਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਦੌਰਾ ਕਰਨਗੇ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਵਿਦਿਆਰਥੀਆਂ ਦੇ ਲਈ ਸਹੂਲਤਾਂ ਉਪਲਬਧ ਨੇ ਜਾਂ ਨਹੀਂ। ਬੰਗਾਲ ਦੀ ਘਟਨਾ ਤੇ ਦਿਪਕੇ ਨੇ ਨਾਰਾਜ਼ਗੀ ਜਤਾਈ ਹੈ। ਅਭਿਜੀਤ ਦਿਪਕੇ ਨੇ ਕਿਹਾ ਕਿ ਅਸੀਂ ਨਾ ਤਾਂ ਚੁੱਪ ਬੈਠਾਂਗੇ ਤੇ ਨਾ ਹੀ ਡਰਾਂਗੇ। ਸੀਜੇਪੀ ਅਬਦੁਲ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ। ਅਸੀਂ ਉਹਨਾਂ ਦੇ ਪਿਤਾ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ। ਉਧਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਘਟਨਾ ਨੂੰ ਲੈ ਕੇ ਦਰਜ FIR 'ਚ ਇਹ ਨਹੀਂ ਕਿਹਾ ਗਿਆ ਕਿ ਹਮਲਾਵਰ BJP ਵਰਕਰ ਸਨ। ਉਹਨਾਂ ਨੇ ਅੱਗੇ ਕਿਹਾ ਕਿ 5 ਵਿੱਚੋਂ 3 ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਾਂਚ ਜਾਰੀ ਹੈ। ਬਾਕੀ 2 ਲੋਕਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਉਹਨਾਂ ਦੇ ਘਰ ਦੇ ਬਾਹਰ ਹੋਮਗਾਰਡ ਤੈਨਾਤ ਕੀਤੇ ਗਏ ਨੇ। ਸਰਕਾਰ ਸਖਤ ਕਾਰਵਾਈ ਕਰੇਗੀ। UGC NET ਜੂਨ 2026 ਦੇ ਇਮਤਿਹਾਨ ਦੇ ਵਿੱਚ ਗੜਬੜੀ ਹੋਈ ਹੈ। ਅੰਗਰੇਜ਼ੀ, ਕਾਮਰਸ ਔਰ ਸਮਾਜ ਸ਼ਾਸਤਰ ਦੀ ਪ੍ਰੀਖਿਆ ਹੁਣ ਦੁਬਾਰਾ ਹੋਏਗੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹਨਾਂ 3 ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਮਿਲਣ ਤੋਂ ਬਾਅਦ ਰੀ ਐਗਜ਼ਾਮ ਯਾਨੀ ਕਿ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਮੁੜ ਪ੍ਰੀਖਿਆ ਸਤੰਬਰ ਦੇ ਵਿੱਚ ਹੋਏਗੀ। ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਇਹਨਾਂ 3 ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਹੈ ਉਹਨਾਂ ਤੋਂ ਦੁਬਾਰਾ ਪ੍ਰੀਖਿਆ ਦੇ ਲਈ ਕੋਈ ਵਾਧੂ ਫੀਸ ਨਹੀਂ ਲਈ ਜਾਏਗੀ। ਹੋਇਆ ਇਹ ਹੈ ਕਿ ਐਤਵਾਰ 16 ਅਗਸਤ ਨੂੰ NTA ਨੇ UGC NET ਜੂਨ 2026 ਦੇ 84 ਵਿਸ਼ਿਆਂ ਦੀ ਪ੍ਰੋਵੀਜ਼ਨਲ ਆਨਸਰ ਕੀ ਰਿਲੀਜ਼ ਕੀਤੀ ਸੀ, ਪਰ ਕੁਝ ਪੇਪਰਾਂ ਦੀ ਆਨਸਰ ਕੀ ਨੂੰ ਹੋਲਡ ਤੇ ਰੱਖਿਆ ਗਿਆ। ਇਸ ਤੋਂ ਬਾਅਦ ਸ਼ਾਮ ਨੂੰ NTA ਨੇ ਇੱਕ ਵੱਖਰਾ ਨੋਟਿਸ ਜਾਰੀ ਕੀਤਾ। ਇਸ ਵਿੱਚ ਦੱਸਿਆ ਗਿਆ ਕਿ ਅੰਗਰੇਜ਼ੀ, ਕਾਮਰਸ ਔਰ ਸੋਸ਼ੀਓਲੋਜੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ। NTA ਦੇ ਮੁਤਾਬਿਕ ਇਹਨਾਂ 3 ਪੇਪਰਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਨੇ ਕਈ ਤਰ੍ਹਾਂ ਦੀਆਂ ਗਲਤੀਆਂ ਪਾਈਆਂ ਨੇ। ਇਹਨਾਂ ਦੇ ਵਿੱਚ ਫੈਕਟਸ ਦੇ ਨਾਲ ਜੁੜੀਆਂ ਹੋਈਆਂ ਗਲਤੀਆਂ, ਟਾਈਪਿੰਗ ਦੀਆਂ ਗਲਤੀਆਂ ਤੇ ਅਨੁਵਾਦ ਟ੍ਰਾਂਸਲੇਸ਼ਨ ਦੇ ਨਾਲ ਜੁੜੀਆਂ ਹੋਈਆਂ ਗਲਤੀਆਂ ਸ਼ਾਮਿਲ ਨੇ। ਕਮੇਟੀ ਨੂੰ ਪ੍ਰਸ਼ਨ ਪੱਤਰ ਦੇ ਵਿੱਚ ਕਈ ਵੱਡੇ ਵਿਦਵਾਨਾਂ ਦੇ ਨਾਮ ਗਲਤ ਲਿਖੇ ਮਿਲੇ ਨੇ। ਕੁਝ ਕਿਤਾਬਾਂ ਦੇ ਨਾਮ ਵੀ ਗਲਤ ਸਨ। ਇਸ ਤੋਂ ਇਲਾਵਾ ਕੁਝ ਸਵਾਲਾਂ ਦੀ ਭਾਸ਼ਾ ਦੇ ਵਿੱਚ ਗਲਤੀ ਸੀ। ਕਈ ਥਾਵਾਂ ਤੇ ਵਿਆਕਰਣ ਦੀਆਂ ਖਾਮੀਆਂ ਮਿਲੀਆਂ ਨੇ। ਕਿਤੇ ਲਿੰਗ ਅਤੇ ਵਚਨ ਦਾ ਮੇਲ ਨਹੀਂ ਹੋ ਰਿਹਾ ਸੀ ਤੇ ਪੰਚੁਏਸ਼ਨ ਦੇ ਵਿੱਚ ਵੀ ਗਲਤੀਆਂ ਸਨ। ਇੰਨਾ ਹੀ ਨਹੀਂ, ਕੁਝ ਅਜਿਹੇ ਕਨਸੈਪਟਸ ਲਈ ਗੈਰ ਮਿਆਰੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਿਨ੍ਹਾਂ ਦੇ ਲਈ ਪਹਿਲਾਂ ਤੋਂ ਹੀ ਤੈਅ ਅਤੇ ਆਮ ਤੌਰ ਤੇ ਵਰਤੇ ਜਾਣ ਵਾਲੇ ਸ਼ਬਦ ਮੌਜੂਦ ਨੇ। ਇਹਨਾਂ ਗਲਤੀਆਂ ਦੇ ਨਾਲ ਕਮੇਟੀ ਨੇ ਇਹ ਵੀ ਦੇਖਿਆ ਹੈ ਕਿ ਬਹੁਤ ਸਾਰੇ ਸਵਾਲ ਪਿਛਲੀਆਂ ਪ੍ਰੀਖਿਆਵਾਂ ਦੇ ਵਿੱਚ ਪੁੱਛੇ ਜਾ ਚੁੱਕੇ ਸੀ, ਯਾਨੀ ਕਿ ਪੇਪਰ ਦੇ ਵਿੱਚ ਸਵਾਲ ਕਾਫੀ ਰਿਪੀਟ ਹੋਏ ਸੀ। ਇਹਨਾਂ ਸਾਰੀਆਂ ਗੜਬੜੀਆਂ ਅਤੇ ਖਾਮੀਆਂ ਤੋਂ ਬਾਅਦ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਇਹਨਾਂ 3 ਵਿਸ਼ਿਆਂ ਦਾ ਪੇਪਰ ਦੁਬਾਰਾ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਮੀਦਵਾਰਾਂ ਨੂੰ ਇੱਕ ਨਿਰਪੱਖ ਤੇ ਖਾਮੀ ਰਹਿਤ ਪ੍ਰੀਖਿਆ ਦਾ ਮੌਕਾ ਮਿਲ ਸਕੇ। NTA ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਇਹਨਾਂ ਗਲਤੀਆਂ ਨੂੰ ਸਿਰਫ ਆਨਸਰ ਕੀ ਦੇ ਚੁਣੌਤੀ ਦੌਰਾਨ ਕੁਝ ਸਵਾਲਾਂ ਨੂੰ ਹਟਾ ਕੇ ਠੀਕ ਨਹੀਂ ਸੀ ਕੀਤਾ ਜਾ ਸਕਦਾ। ਗਲਤੀਆਂ ਦਾ ਦਾਇਰਾ ਇੰਨਾ ਜ਼ਿਆਦਾ ਸੀ ਕਿ ਪੂਰੇ ਪੇਪਰ ਨੂੰ ਦੁਬਾਰਾ ਕਰਵਾਉਣਾ ਹੀ ਸਹੀ ਰਸਤਾ ਮੰਨਿਆ ਗਿਆ। ਇਸ ਤੋਂ ਬਾਅਦ ਅੰਗਰੇਜ਼ੀ, ਕਾਮਰਸ ਔਰ ਸੋਸ਼ੀਓਲੋਜੀ ਦੇ ਲਈ ਰੀ ਐਗਜ਼ਾਮ ਦਾ ਫੈਸਲਾ ਲਿਆ ਗਿਆ ਹੈ। ਹੁਣ ਰੀ ਐਗਜ਼ਾਮ ਦੀ ਤਰੀਕ ਦਾ ਵੀ ਐਲਾਨ ਹੋ ਗਿਆ ਹੈ। ਤਰੀਕਾਂ ਸਾਹਮਣੇ ਆ ਚੁੱਕੀਆਂ ਨੇ। ਤਾਂ ਅੰਗਰੇਜ਼ੀ ਦਾ ਜਿਹੜਾ ਪੇਪਰ ਹੈ ਉਹ 9 ਸਤੰਬਰ ਨੂੰ ਹੋਏਗਾ। 9 ਸਤੰਬਰ 2026 ਨੂੰ ਹੋਏਗਾ ਪਹਿਲੀ ਸ਼ਿਫਟ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ। ਤੇ ਉਸ ਤੋਂ ਬਾਅਦ ਕਾਮਰਸ ਦਾ ਪੇਪਰ ਹੋਣਾ ਹੈ, ਉਹ ਵੀ 9 ਸਤੰਬਰ ਨੂੰ ਹੀ ਹੋਣਾ ਹੈ ਦੂਜੀ ਸ਼ਿਫਟ ਦੇ ਵਿੱਚ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ। ਉੱਥੇ ਜੇਕਰ ਸੋਸ਼ੀਓਲੋਜੀ ਦੀ ਗੱਲ ਕਰੀਏ ਤਾਂ ਸੋਸ਼ੀਓਲੋਜੀ ਦਾ ਪੇਪਰ ਹੋਏਗਾ 10 ਸਤੰਬਰ 2026 ਨੂੰ ਪਹਿਲੀ ਸ਼ਿਫਟ ਦੇ ਵਿੱਚ ਹੀ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ। ਤਾਂ ਫਿਲਹਾਲ NTA ਨੇ ਨਾ 3 ਰੀ ਐਗਜ਼ਾਮਾਂ ਦੇ ਲਈ ਐਗਜ਼ਾਮ ਸਿਟੀ, ਐਗਜ਼ਾਮ ਸੈਂਟਰ ਜਾਂ ਐਡਮਿਟ ਕਾਰਡ ਦੀ ਜਾਣਕਾਰੀ ਨਹੀਂ ਦਿੱਤੀ ਹੈ। NTA ਨੇ ਕਿਹਾ ਕਿ ਇਹਨਾਂ ਨਾਲ ਜੁੜੀ ਹੋਈ ਜਾਣਕਾਰੀ ਬਾਅਦ ਵਿੱਚ ਵੱਖਰੇ ਤੌਰ ਤੇ ਸਾਂਝੀ ਕੀਤੀ ਜਾਏਗੀ। ਜਿਨ੍ਹਾਂ ਉਮੀਦਵਾਰਾਂ ਨੇ ਦੁਬਾਰਾ ਪ੍ਰੀਖਿਆ ਦੇਣੀ ਹੈ ਉਹਨਾਂ ਨੂੰ ਇਸ ਦੇ ਲਈ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਦੇਣੀ ਪਵੇਗੀ। ਹੁਣ ਸਵਾਲ ਇਹ ਵੀ ਹੈ ਕਿ ਕੀ ਇਹਨਾਂ 3 ਵਿਸ਼ਿਆਂ ਦੀ ਰੀ ਐਗਜ਼ਾਮ ਕਰਕੇ UGC NET ਦੇ ਬਾਕੀ ਨਤੀਜਿਆਂ ਤੇ ਵੀ ਅਸਰ ਪਵੇਗਾ? NTA ਨੇ ਸਾਫ਼ ਕੀਤਾ ਹੈ ਕਿ ਅਜਿਹਾ ਨਹੀਂ ਹੋਏਗਾ। ਬਾਕੀ 84 ਵਿਸ਼ਿਆਂ ਦੇ ਵਿੱਚ ਨਤੀਜੇ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਤੈਅ ਸ਼ਡਿਊਲ ਦੇ ਮੁਤਾਬਿਕ ਹੀ ਚੱਲਦੀ ਰਹੇਗੀ। ਇਹਨਾਂ 84 ਵਿਸ਼ਿਆਂ ਦੀ ਪ੍ਰੋਵੀਜ਼ਨਲ ਆਨਸਰ ਕੀ ਦੇ ਖਿਲਾਫ ਚੈਲੰਜ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਾਅਦ ਇਹਨਾਂ ਵਿਸ਼ਿਆਂ ਦੇ ਨਤੀਜੇ ਜਾਰੀ ਕੀਤੇ ਜਾਣਗੇ। ਨਾਲ ਹੀ JRF ਸੀਟਾਂ ਦੀ ਵੰਡ, ਅਸਿਸਟੈਂਟ ਪ੍ਰੋਫੈਸਰ ਅਤੇ PhD ਐਡਮਿਸ਼ਨ ਦੀ ਯੋਗਤਾ ਲਈ ਸਰਟੀਫਿਕੇਟ ਜਾਰੀ ਕਰਨ ਦਾ ਕੰਮ ਤੈਅ ਪ੍ਰਕਿਰਿਆ ਦੇ ਮੁਤਾਬਿਕ ਹੀ ਹੋਏਗਾ। ਤੇ ਹੁਣ ਗੱਲ ਅੰਗਰੇਜ਼ੀ, ਕਾਮਰਸ ਅਤੇ ਸੋਸ਼ੀਓਲੋਜੀ ਦੀ। ਜਿਨ੍ਹਾਂ 3 ਵਿਸ਼ਿਆਂ ਦੇ ਇਮਤਿਹਾਨ ਦੁਬਾਰਾ ਹੋਣਗੇ ਉਹਨਾਂ ਦੇ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਇੱਕ ਖਾਸ ਨਿਯਮ ਦੇ ਨਾਲ ਤੈਅ ਹੋਏਗੀ। ਜੂਨ ਦੇ ਵਿੱਚ ਕਿੰਨੇ ਉਮੀਦਵਾਰ ਪ੍ਰੀਖਿਆ ਦੇ ਵਿੱਚ ਬੈਠੇ ਸੀ ਇਹ ਦੇਖਿਆ ਜਾਏਗਾ। ਦੁਬਾਰਾ ਹੋਣ ਵਾਲੀ ਪ੍ਰੀਖਿਆ ਦੇ ਵਿੱਚ ਕਿੰਨੇ ਉਮੀਦਵਾਰ ਬੈਠਣਗੇ ਇਹ ਵੀ ਦੇਖਿਆ ਜਾਏਗਾ। ਇਹਨਾਂ ਦੋਵਾਂ ਦੇ ਵਿੱਚੋਂ ਜਿਸ ਪ੍ਰੀਖਿਆ ਦੇ ਵਿੱਚ ਜ਼ਿਆਦਾ ਉਮੀਦਵਾਰ ਹੋਣਗੇ
ਉਸੇ ਨੂੰ ਆਧਾਰ ਬਣਾਇਆ ਜਾਏਗਾ। ਉਸ ਗਿਣਤੀ ਦੇ ਹਿਸਾਬ ਦੇ ਨਾਲ 6% ਉਮੀਦਵਾਰਾਂ ਨੂੰ ਅਸਿਸਟੈਂਟ ਪ੍ਰੋਫੈਸਰ ਬਣਨ ਦੇ ਯੋਗ ਮੰਨਿਆ ਜਾਏਗਾ। ਇਸ ਤੋਂ ਬਾਅਦ JRF, ਅਸਿਸਟੈਂਟ ਪ੍ਰੋਫੈਸਰ ਅਤੇ PhD ਲਈ ਉਮੀਦਵਾਰਾਂ ਦੀ ਵੰਡ UGC ਨੈਟ ਦੇ ਨਿਯਮਾਂ ਦੇ ਹਿਸਾਬ ਦੇ ਨਾਲ ਹੀ ਕੀਤੀ ਜਾਏਗੀ। ਆਸਾਨ ਭਾਸ਼ਾ ਦੇ ਵਿੱਚ ਕਹੀਏ ਤਾਂ ਜਿਸ ਪ੍ਰੀਖਿਆ ਦੇ ਵਿੱਚ ਜ਼ਿਆਦਾ ਉਮੀਦਵਾਰ ਬੈਠਣਗੇ ਉਸੇ ਦੀ ਗਿਣਤੀ ਦੇ 6% ਉਮੀਦਵਾਰਾਂ ਨੂੰ ਅਸਿਸਟੈਂਟ ਪ੍ਰੋਫੈਸਰ ਬਣਨ ਦੇ ਲਈ ਚੁਣਿਆ ਜਾਏਗਾ। ਅਖੀਰ ਦੇ ਵਿੱਚ ਦੱਸੀਏ ਕਿ UGC ਨੈਟ ਜੂਨ 2026 ਦੀ ਪ੍ਰੀਖਿਆ 22 ਜੂਨ ਤੋਂ 30 ਜੂਨ ਦੇ ਵਿਚਕਾਰ 87 ਵਿਸ਼ਿਆਂ ਦੇ ਲਈ ਹੋਈ ਸੀ। ਪ੍ਰੀਖਿਆ ਤੋਂ ਬਾਅਦ ਅੰਗਰੇਜ਼ੀ, ਕਾਮਰਸ ਅਤੇ ਸੋਸ਼ੀਓਲੋਜੀ ਦੇ ਪੇਪਰ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲੀਆਂ ਸੀ, ਜਿਨ੍ਹਾਂ ਦੀ ਜਾਂਚ ਲਈ NTA ਨੇ ਕਮੇਟੀ ਬਣਾਈ ਸੀ। ਹੁਣ NTA ਦੀ ਰਿਪੋਰਟ ਤੋਂ ਬਾਅਦ ਇਹਨਾਂ ਤਿੰਨਾਂ ਵਿਸ਼ਿਆਂ ਦਾ ਪੇਪਰ ਦੁਬਾਰਾ ਕਰਵਾਉਣ ਦਾ ਫੈਸਲਾ ਹੋ ਗਿਆ। ਜੇਕਰ ਮਨ ਵਿੱਚ ਪੱਕਾ ਇਰਾਦਾ, ਮਿਹਨਤ ਔਰ ਪ੍ਰਵਾਸ ਦਾ ਸਾਥ ਹੋਵੇ ਤਾਂ ਕੋਈ ਵੀ ਸੁਪਨਾ ਅਸੰਭਵ ਨਹੀਂ ਰਹਿੰਦਾ। ਇਸ ਦੀ ਜਿਉਂਦੀ ਜਾਗਦੀ ਮਿਸਾਲ ਬਣੇ ਨੇ 28 ਸਾਲਾ ਭਾਰਤੀ ਮੂਲ ਦੇ ਸਿੱਖ ਨੌਜਵਾਨ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ, ਜਿਨ੍ਹਾਂ ਨੇ ਬ੍ਰਿਟਿਸ਼ ਰਾਇਲ 에ਅਰ ਫੋਰਸ ਦੇ ਵਿੱਚ ਇਤਿਹਾਸ ਰਚ ਦਿੱਤਾ ਹੈ। ਅਰਸ਼ਦੀਪ ਦੂਜੇ ਵਿਸ਼ਵ ਯੁੱਧ ਤੋਂ ਬਾਅਦ RAF ਦੇ ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਹਾਸਲ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣ ਗਏ ਨੇ। ਅਰਸ਼ਦੀਪ ਸਾਲ 1998 ਦੇ ਵਿੱਚ ਆਪਣੇ ਪਰਿਵਾਰ ਦੇ ਨਾਲ UK ਗਏ ਸੀ। ਉਹਨਾਂ ਦੇ ਦਾਦਾ ਜੀ ਸਰਦਾਰ ਸੰਤੋਖ ਸਿੰਘ ਡਾਂਗ ਚਾਹੁੰਦੇ ਸੀ ਕਿ ਉਹਨਾਂ ਦਾ ਪੁੱਤ ਪਾਇਲਟ ਬਣੇ, ਪਰ ਬਦਕਿਸਮਤੀ ਨਾਲ ਜਦੋਂ ਸੰਤੋਖ ਸਿੰਘ ਡਾਂਗ ਦੇ ਪੁੱਤ ਤੇ ਅਰਸ਼ਦੀਪ ਦੇ ਪਿਤਾ ਮਹਿਜ਼ 6 ਸਾਲ ਦੇ ਸਨ ਤਾਂ ਉਹਨਾਂ ਦੇ ਦਾਦਾ ਜੀ ਦਾ ਦੇਹਾਂਤ ਹੋ ਗਿਆ ਸੀ ਤੇ ਪਿਤਾ ਦਾ ਇਹ ਸੁਪਨਾ ਅਧੂਰਾ ਰਹਿ ਗਿਆ। ਪਰ ਪਰਿਵਾਰ ਨੇ ਹਿੰਮਤ ਨਹੀਂ ਹਾਰੀ। ਅਰਸ਼ਦੀਪ ਦੇ ਮਾਪਿਆਂ ਨੇ ਹਮੇਸ਼ਾ ਉਸ ਨੂੰ ਹੌਸਲਾ ਦਿੱਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਦਾਦੇ ਦੇ ਇਸ ਅਧੂਰੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ। ਅਰਸ਼ਦੀਪ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ ਮੈਥਮੈਟਿਕਸ ਔਰ ਫਿਲਾਸਫੀ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਦਾ ਸਫ਼ਰ ਲਗਾਤਾਰ ਅੱਗੇ ਵਧਦਾ ਗਿਆ। ਅਰਸ਼ਦੀਪ ਦੀ ਕਾਮਯਾਬੀ ਦੇ ਸਫ਼ਰ ਦੀ ਜੇਕਰ ਗੱਲ ਕਰੀਏ ਤਾਂ ਫਰਵਰੀ 2022 ਦੇ ਵਿੱਚ ਅਫਸਰ ਟ੍ਰੇਨਿੰਗ ਪੂਰੀ ਕੀਤੀ ਹੈ। ਸਾਲ 2023 ਦੇ ਵਿੱਚ ਸ਼ੁਰੂਆਤੀ ਫਲਾਈਂਗ ਟ੍ਰੇਨਿੰਗ ਪੂਰੀ ਕੀਤੀ ਗਈ। ਸਾਲ 2024 ਦੇ ਵਿੱਚ RAF ਦੀ ਫਾਸਟ ਜੈਟ ਸਟਰੀਮ ਦੇ ਲਈ ਚੋਣ ਹੋਈ ਤੇ ਅਮਰੀਕਾ ਦੇ ਵਿੱਚ ਉਹਨਾਂ ਦੀ ਖਾਸ ਟ੍ਰੇਨਿੰਗ ਹੋਈ। ਅਗਸਤ 2026 ਦੇ ਵਿੱਚ ਉੱਤਰੀ ਵੇਲਜ਼ ਸਥਿਤ RAF ਵੈਲੀ ਵਿਖੇ ਆਪਣੀ ਲੜਾਕੂ ਪਾਇਲਟ ਦੀ ਸਿਖਲਾਈ ਪੂਰੀ ਕਰਕੇ ਦੇਸ਼ ਅਤੇ ਕੌਮ ਦਾ ਨਾਮ ਉਹਨਾਂ ਨੇ ਰੌਸ਼ਨ ਕੀਤਾ ਹੈ। ਆਪਣੀ ਇਸ ਇਤਿਹਾਸਿਕ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਅਤੇ ਸਿੱਖ ਸੰਸਕਾਰਾਂ ਨੂੰ ਦਿੰਦਿਆਂ ਹੋਇਆਂ ਅਰਸ਼ਦੀਪ ਨੇ ਕਿਹਾ ਕਿ ਮੈਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਤੇ ਬਹੁਤ ਮਾਣ ਹੈ। ਭਾਵੇਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮੈਂ ਇਹ ਮਕਾਮ ਹਾਸਲ ਕਰਨ ਵਾਲਾ ਪਹਿਲਾ ਸਿੱਖ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਮੇਰੇ ਤੋਂ ਬਾਅਦ ਹੋਰ ਵੀ ਕਈ ਨੌਜਵਾਨ ਇਸ ਮੁਕਾਮ ਤੇ ਪਹੁੰਚਣ। ਤਾਂ ਅਰਸ਼ਦੀਪ ਸਿੰਘ ਡਾਂਗ ਦੀ ਇਹ ਕਾਮਯਾਬੀ ਦੁਨੀਆ ਭਰ ਦੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਣਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਨੂੰ ਪਾਰ ਕਰਕੇ ਅਸਮਾਨ ਨੂੰ ਛੂਹਿਆ ਜਾ ਸਕਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।